ਫਰੈਂਡ, ਤੁਸੀਂ ਵੇਖ ਰਹੇ ਹੋ ਜੀ ਮੇਰਾ YouTube ਚੈਨਲ ਲੈਟਸ ਡੂ ਇਟ। ਆਪਣੀ ਲੋਕਤੰਤਰੀ ਪ੍ਰਣਾਲੀ ਦਾ ਇਹ ਅੱਜ ਦੀ ਦੂਜੀ ਕਲਾਸ ਹੈ। ਇਹ ਕਲਾਸ ਮਾਸਟਰ ਕੈਡਰ ETT ਫਸਟ ਈਅਰ, ਇਸ ਤੋਂ ਇਲਾਵਾ ਜਿਹੜੇ ਵੀ ਕੰਪੀਟੀਸ਼ਨ ਐਗਜ਼ਾਮ ਹੁੰਦੇ ਆ ਜਿਹਦੇ ਵਿੱਚ ਰਾਜਨੀਤਿਕ ਸ਼ਾਸਤਰ ਦੇ ਕੁਐਸਚਨ ਪੁੱਛੇ ਜਾਂਦੇ ਉਹਨਾਂ ਦੇ ਲਈ ਮੋਸਟ ਇੰਪੋਰਟੈਂਟ ਹੈ ਜੀ। ਆਪਾਂ ਇਸ ਦੇ ਵਿੱਚ ਲੋਕਤੰਤਰ ਦੀ ਜਾਣ ਪਛਾਣ, ਲੋਕਤੰਤਰ ਦਾ ਅਰਥ ਅਤੇ ਸੰਕਲਪ, ਲੋਕਤੰਤਰ ਦੀ ਪਰਿਭਾਸ਼ਾ ਇਹ ਆਪਾਂ ਕਰ ਲਿਆ ਸੀ। ਇਸ ਤੋਂ ਬਾਅਦ ਅੱਜ ਦਾ ਆਪਣਾ ਜਿਹੜਾ ਟੌਪਿਕ ਰਹੇਗਾ, ਅੱਜ ਦੀ ਜਿਹੜੀ ਕਲਾਸ ਰਹੇਗੀ ਉਹਦੇ ਵਿੱਚ ਆਪਾਂ ਲੋਕਤੰਤਰ ਦੀ ਵਿਸ਼ੇਸ਼ਤਾ ਅਤੇ ਲੋਕਤੰਤਰ ਦੇ ਪ੍ਰਕਾਰ ਨੂੰ ਕਰਾਂਗੇ। ਤਾਂ ਜੀ ਤੁਸੀਂ ਸ਼ੁਰੂ ਤੋਂ ਲੈ ਕੇ ਆਖਰ ਤੱਕ ਕਲਾਸ ਨੂੰ ਜ਼ਰੂਰ ਵੇਖਣਾ ਹੈ। ਜੇ ਤੁਸੀਂ ਹਾਲੇ ਤੱਕ ਪਹਿਲੀ ਕਲਾਸ ਨਹੀਂ ਵੇਖੀ ਹੈ ਤਾਂ ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਕਲਾਸ ਦਾ ਲਿੰਕ ਦਿੱਤਾ ਹੋਇਆ ਹੈ, ਤੁਸੀਂ ਜਾ ਕੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਉਸ ਕਲਾਸ ਨੂੰ ਵੇਖ ਸਕਦੇ ਹੋ ਜੀ। ਜੇਕਰ ਤੁਸੀਂ ਇਸ ਕਲਾਸ ਦੀ ਜਿਹੜੀ PDF ਹੈ ਉਹ ਲੈਣਾ ਚਾਹੁੰਦੇ ਹੋ ਤਾਂ ਟੈਲੀਗ੍ਰਾਮ ਗਰੁੱਪ ਹੈ ਜਿਹੜਾ, ਉਹਨੂੰ ਜੁਆਇਨ ਕਰ ਲਓ। ਉਹਦਾ ਲਿੰਕ ਵੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਹੈ। ਜਿਹੜੀ ਵੀ ਕਲਾਸਾਂ ਆਉਂਦੀਆਂ ਹੈ ਉਹਨਾਂ ਦਾ ਲਿੰਕ ਵੀ ਟੈਲੀਗ੍ਰਾਮ ਗਰੁੱਪ ਵਿੱਚ ਸੈਂਡ ਕੀਤਾ ਜਾਂਦਾ, ਤਾਂ ਤੁਸੀਂ ਜਾ ਕੇ ਟੈਲੀਗ੍ਰਾਮ ਗਰੁੱਪ ਨੂੰ ਵੀ ਜੁਆਇਨ ਕਰ ਲਓ। ਥੋੜ੍ਹਾ ਜਿਹਾ ਰਿਵਾਈਜ਼ ਕਰ ਲੈਂਦੇ ਹਾਂ ਜੀ। ਲੋਕਤੰਤਰ ਦਾ ਅਰਥ ਅਤੇ ਪਰਿਭਾਸ਼ਾ ਆਪਾਂ ਪੜ੍ਹਿਆ ਸੀ। ਲੋਕਤੰਤਰ ਦਾ ਆਪਾਂ ਨੇ ਅਰਥ ਵੇਖਿਆ ਸੀ, ਲੋਕਾਂ ਦੀ ਸ਼ਕਤੀ ਅਤੇ ਲੋਕਾਂ ਦਾ ਰਾਜ। ਇਸੇ ਨੂੰ ਹੀ ਅੱਗੇ ਵਿਸ਼ੇਸ਼ਤਾ ਵਿੱਚ ਦੱਸਿਆ ਗਿਆ ਹੈ। ਵਿਸ਼ੇਸ਼ਤਾ, ਕੋਈ ਵੀ ਜਿਹੜਾ ਕੁਐਸਚਨ ਹੁੰਦਾ, ਵਿਸ਼ੇਸ਼ਤਾ ਦਾ ਮਤਲਬ ਹੁੰਦਾ ਹੈ ਕਿ ਇਸ ਦੇ ਵਿੱਚ ਗੁਣ ਨੇ, ਅਤੇ ਲੋਕਤੰਤਰ ਦੇ ਕੀ ਗੁਣ ਨੇ ਇਹ ਆਪਾਂ ਇਸ ਜਿਹੜੇ ਲੋਕਤੰਤਰ ਦੀ ਵਿਸ਼ੇਸ਼ਤਾ ਉਹਦੇ ਵਿੱਚ ਵੇਖਾਂਗੇ ਜੀ। ਸਭ ਤੋਂ ਪਹਿਲਾਂ ਆਪਾਂ ਲੋਕਤੰਤਰ ਦਾ ਅਰਥ ਪੜ੍ਹਿਆ ਸੀ ਕੱਲ੍ਹ ਕਿ ਲੋਕਤੰਤਰ ਦਾ ਸਿੱਧਾ ਜਿਹਾ ਅਰਥ ਸੀ ਕਿ ਲੋਕਾਂ ਦੀ ਸ਼ਕਤੀ ਹੈ, ਲੋਕਾਂ ਨੂੰ ਸਰਵ ਉੱਚ ਮੰਨਿਆ ਜਾਂਦਾ ਹੈ ਜੀ, ਅਤੇ ਇਹ ਹੀ ਆਪਾਂ ਵਿਸ਼ੇਸ਼ਤਾ ਦੇ ਵਿੱਚ ਪੜ੍ਹਾਂਗੇ। ਆਪਣੀ ਪਹਿਲੀ ਵਿਸ਼ੇਸ਼ਤਾ ਹੈ ਜੀ ਨਾਗਰਿਕਾਂ ਦਾ ਨਿਯੰਤਰਣ। ਨਾਗਰਿਕਾਂ ਦਾ ਨਿਯੰਤਰਣ ਕਿਸ ਤਰੀਕੇ ਦੇ ਨਾਲ ਹੈ ਜੀ, ਇਹ ਵੇਖਦੇ ਹਾਂ। ਲੋਕਤੰਤਰ ਦੇ ਵਿੱਚ ਸਭ ਤੋਂ ਉੱਤਮ ਜੇ ਕਿਸੇ ਨੂੰ ਮੰਨਿਆ ਜਾਂਦਾ ਹੈ ਤਾਂ ਉਹ ਹੈ ਜੀ ਬਾਲਗ, ਜਿਹਦਾ ਇੱਕ ਵੋਟ ਬਣਿਆ ਹੁੰਦਾ ਹੈ, ਜਿਹੜਾ ਕਿ ਭਾਰਤ ਦੇਸ਼ ਦਾ ਨਾਗਰਿਕ ਹੈ, ਉਸ ਦਾ ਸਰਵ ਉੱਚ ਨਿਯੰਤਰਣ ਹੁੰਦਾ ਹੈ ਜੀ। ਕੋਈ ਵੀ ਰਾਜਨੀਤਿਕ ਪਾਰਟੀ ਹੈ, ਕੋਈ ਵੀ ਸਰਵ ਉੱਚ ਸੰਸਥਾ ਹੈ ਜੀ, ਕੋਈ ਵੀ ਕਿਸੇ ਵੀ ਪ੍ਰਕਾਰ ਦੀ ਸੰਸਥਾ ਹੈ, ਉਹਦੇ ਵਿੱਚ ਸਭ ਤੋਂ ਜ਼ਿਆਦਾ ਅਗਰ ਕਿਸੇ ਨੂੰ ਮਹੱਤਤਾ ਦਿੱਤੀ ਜਾਂਦੀ ਹੈ ਤਾਂ ਉਹ ਹੈ ਜੀ ਆਮ ਨਾਗਰਿਕ। ਆਮ ਨਾਗਰਿਕ ਕਿਸੇ ਨਾ ਕਿਸੇ ਪ੍ਰਕਾਰ ਨਾਲ, ਚਾਹੇ ਉਹ ਡਾਇਰੈਕਟ ਰੂਪ ਵਿੱਚ ਜਾਂ ਪ੍ਰਤੱਖ ਰੂਪ ਦੇ ਵਿੱਚ ਉਸ ਦੇ ਵਿੱਚ ਆਪਣਾ ਯੋਗਦਾਨ ਦਿੰਦਾ ਹੈ ਜੀ। ਨਾਗਰਿਕਾਂ ਦਾ ਪੂਰਨ ਨਿਯੰਤਰਣ ਹੁੰਦਾ ਹੈ। ਉਹ ਸਰਕਾਰ ਨੂੰ ਚੁਣਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਹਨ। ਜੇਕਰ ਕਿਸੇ ਸਰਕਾਰ ਨੂੰ ਉਹ ਨਾ ਪਸੰਦ ਕਰਦੇ ਹਨ ਤਾਂ ਉਸ ਨੂੰ ਨਹੀਂ ਚੁਣ ਸਕਦੇ। ਤਾਂ ਇਸ ਤਰੀਕੇ ਦੇ ਨਾਲ ਉਹਨਾਂ ਦਾ ਜਿਹੜਾ ਸਭ ਤੋਂ ਹੇਠਲਾ ਜਿਹੜਾ ਚੁਣਨ ਦੀ ਪ੍ਰਥਾ ਹੈ, ਉਸ ਤੋਂ ਲੈ ਕੇ ਉੱਤੇ ਤੱਕ ਜਿਹੜੀ ਚੁਣਨ ਦੀ ਪ੍ਰਥਾ ਹੈ, ਉਹ ਇਨਡਾਇਰੈਕਟ ਜਾਂ ਡਾਇਰੈਕਟ ਤਰੀਕੇ ਵਿੱਚ ਆਪਣੀ ਭੂਮਿਕਾ ਰੱਖਦੇ ਹਨ, ਅਤੇ ਨਾਗਰਿਕਾਂ ਦਾ ਹਰ ਇੱਕ ਲੋਕਤੰਤਰ ਪ੍ਰਣਾਲੀ ਦੇ ਵਿੱਚ ਪੂਰਾ ਯੋਗਦਾਨ ਹੁੰਦਾ ਹੈ ਜੀ। ਪਹਿਲਾ ਪੁਆਇੰਟ ਕਲੀਅਰ ਹੋ ਗਿਆ ਹੋਣਾ ਹੈ ਜੀ। ਦੂਜਾ ਪੁਆਇੰਟ, ਬਹੁਮਤ ਹਕੂਮਤ ਅਤੇ ਵਿਅਕਤੀਗਤ ਸੁਤੰਤਰਤਾ। ਬਹੁਮਤ ਦਾ ਮਤਲਬ ਹੁੰਦਾ ਹੈ ਜੀ ਉਹ ਸਰਕਾਰ ਜਿਸ ਨੂੰ ਜਿਹੜੀ 50% ਤੋਂ ਅਬਵ, ਇੱਕ ਸੀਟ ਅਬਵ ਮਿਲ ਜਾਂਦੀ ਹੈ ਜੀ। ਜਿਵੇਂ ਮੰਨ ਕੇ ਚਲੋ ਕੋਈ ਸਟੇਟ ਹੈ ਜੀ, ਉਹਦੇ ਵਿੱਚ ਜੇਕਰ 90 ਸੀਟਾਂ ਨੇ ਤਾਂ ਜਿੱਥੇ ਉਸ ਨੂੰ 46 ਸੀਟਾਂ ਮਿਲ ਜਾਣ, ਉੱਥੇ ਜੀ ਉਹ ਜਿਹੜੀ ਰਾਜਨੀਤਿਕ ਪਾਰਟੀ ਹੈ ਉਸ ਨੂੰ ਬਹੁਮਤ ਮਿਲ ਜਾਂਦਾ ਹੈ, ਅਤੇ ਉਹ ਉੱਥੇ ਆਪਣੀ ਵਿਧਾਨ ਸਭਾ ਵਿੱਚ ਆਪਣੀ ਸਰਕਾਰ ਬਣਾ ਲੈਂਦੀ ਹੈ ਜੀ, ਅਤੇ ਉਸ ਦੀ ਹਕੂਮਤ ਹੋ ਜਾਂਦੀ ਹੈ। ਇਸੇ ਤਰੀਕੇ ਦੇ ਨਾਲ ਆਪਣੀ ਲੋਕ ਸਭਾ ਦੇ ਵਿੱਚ 523 ਸੀਟਾਂ ਨੇ ਜੀ। ਲੋਕ ਸਭਾ ਦੇ ਵਿੱਚ ਆਪਣੀ 523 ਸੀਟਾਂ ਹੈ। ਜੇਕਰ ਇਸ ਦੀ ਕੋਈ ਵੀ 50% ਤੋਂ ਇੱਕ ਸੀਟ ਜ਼ਿਆਦਾ ਲੈ ਲੈਂਦਾ ਹੈ ਤਾਂ ਉਸ ਦੀ ਸਰਕਾਰ ਬਣ ਜਾਂਦੀ ਹੈ ਜੀ। ਵਿਅਕਤੀਗਤ ਸੁਤੰਤਰਤਾ ਦਾ ਮਤਲਬ ਹੈ ਜੀ ਹਰ ਇੱਕ ਵਿਅਕਤੀ ਨੂੰ ਆਪਣੀ ਸੁਤੰਤਰਤਾ ਹੈ, ਕੋਈ ਉਸ ਨੂੰ ਦਬਾ ਕੇ ਨਹੀਂ ਰੱਖ ਸਕਦਾ, ਕਿਉਂਕਿ ਉਸ ਨੂੰ ਮੁੱਢਲੇ ਅਧਿਕਾਰ ਦਿੱਤੇ ਗਏ ਹਨ। ਉਸ ਨੂੰ ਆਪਣੇ ਵੋਟ ਦਾ ਪ੍ਰਯੋਗ ਕਰਨ ਦਾ ਪੂਰਨ ਤਰੀਕੇ ਨਾਲ ਅਧਿਕਾਰ ਹੈ ਜੀ। ਮਾਨਵੀ ਅਧਿਕਾਰ ਬਹੁਤ ਇੰਪੋਰਟੈਂਟ ਹੈ ਜੀ। ਮਾਨਵੀ ਅਧਿਕਾਰ, ਇਸ ਨੂੰ ਬੜੇ ਹੀ ਧਿਆਨ ਤਰੀਕੇ ਨਾਲ, ਇਹਨਾਂ ਨੂੰ ਮੌਲਿਕ ਅਧਿਕਾਰ ਵੀ ਕਿਹਾ ਜਾਂਦਾ ਹੈ। ਭਾਰਤੀ ਸਰਕਾਰ ਨੇ ਭਾਗ 3 ਵਿੱਚ ਥੋੜ੍ਹਾ ਮੈਂ ਇੱਥੇ ਤੁਹਾਨੂੰ ਦੱਸ ਦਿੰਦਾ ਜੀ। ਜਿਹੜੇ ਮਾਸਟਰ ਕੈਡਰ ਵਾਲੇ ਹੈ ਉਹ ਧਿਆਨ ਨਾਲ ਇਸ ਚੀਜ਼ ਨੂੰ ਸੁਣਨਗੇ ਤਾਂ ਉਹਨਾਂ ਨੂੰ ਜ਼ਰੂਰ ਫਾਇਦਾ ਹੋਵੇਗਾ ਜੀ। ਭਾਗ 3, ਆਪਣਾ ਸੰਵਿਧਾਨ ਅਲੱਗ-ਅਲੱਗ ਭਾਗਾਂ ਵਿੱਚ ਵੰਡਿਆ ਹੋਇਆ ਜੀ। ਉਸ ਤੋਂ ਇਲਾਵਾ ਭਾਗਾਂ ਤੋਂ ਬਾਅਦ ਅੱਗੇ ਅਨੁਛੇਦ ਵੰਡੇ ਹੋਏ ਨੇ। ਉਹਨਾਂ ਅਨੁਛੇਦਾਂ ਨੂੰ ਅੱਗੇ ਸਭ ਅਨੁਛੇਦ ਜਿਹੜੇ ਵੰਡੇ ਹੋਏ ਉਸ ਤਰੀਕੇ ਦੇ ਨਾਲ। ਭਾਗ 3 ਹੈ ਜੀ, ਉਹਦੇ ਵਿੱਚ ਆਪਣੇ ਮਾਨਵੀ ਅਧਿਕਾਰ ਦਿੱਤੇ ਹੋਏ ਹਨ ਕਿ ਜਿਨ੍ਹਾਂ ਨੂੰ ਮੁੱਢਲੇ ਅਧਿਕਾਰ ਵੀ ਕਿਹਾ ਜਾਂਦਾ ਹੈ। ਮਾਨਵੀ ਅਧਿਕਾਰ ਕਿੱਥੋਂ ਲੈ ਕੇ ਜੀ 12 ਤੋਂ ਲੈ ਕੇ 36 ਤੱਕ ਨੇ ਜੀ। ਅਨੁਛੇਦ 12 ਤੋਂ ਲੈ ਕੇ 36 ਤੱਕ ਨੇ, ਜਿਸ ਦੇ ਵਿੱਚ ਉਸ ਨੂੰ ਵੱਖ-ਵੱਖ ਤਰੀਕੇ ਦੇ ਅਧਿਕਾਰ ਦਿੱਤੇ ਹੋਏ ਹਨ, ਜਿਵੇਂ ਸੁਤੰਤਰਤਾ ਦਾ ਅਧਿਕਾਰ, ਧਾਰਮਿਕ ਸੁਤੰਤਰਤਾ ਦਾ ਅਧਿਕਾਰ, ਉਸ ਨੂੰ ਬੋਲਣ ਦਾ ਅਧਿਕਾਰ, ਲਿਖਣ ਦਾ ਅਧਿਕਾਰ, ਛੂਤ ਦੇ ਵਿਰੁੱਧ ਅਧਿਕਾਰ, ਪੜ੍ਹਨ ਲਿਖਣ ਦਾ ਅਧਿਕਾਰ। ਜਿਵੇਂ ਜੀ ਇੱਕ ਬਹੁਤ ਹੀ ਫੇਮਸ ਜਿਹੜਾ ਆਪਣੇ ਆ ਸਕਦਾ ਹੈ 21A, ਜਿਹੜਾ ਕਿ ਸਾਰੇ ਬੱਚਿਆਂ ਨੂੰ 6 ਸਾਲ ਤੋਂ ਲੈ ਕੇ ਜਿਹੜੇ 6 ਸਾਲ ਤੋਂ ਲੈ ਕੇ 14 ਸਾਲ ਦੀ ਉਮਰ ਦੇ ਬੱਚੇ ਆ, ਉਹਨਾਂ ਨੂੰ ਮੁਫਤ ਅਤੇ ਲਾਜ਼ਮੀ ਸਿੱਖਿਆ ਦੇਣ ਦਾ ਸਰਕਾਰ ਨੇ ਪ੍ਰਾਵਧਾਨ ਕੀਤਾ ਜੀ। ਉਹ 21K ਦੇ ਵਿੱਚ ਕੀਤਾ ਹੋਇਆ, 21A ਦੇ ਵਿੱਚ ਕੀਤਾ। ਮਾਨਵੀ ਅਧਿਕਾਰਾਂ ਦੇ ਵਿੱਚ 14, 15, 16, 17, 18, 19, 20, 21, 22, 23, 24, 25 ਇਸ ਤਰੀਕੇ ਦੇ ਨਾਲ 36 ਤੱਕ ਮਾਨਵੀ ਸਾਰੇ ਅਧਿਕਾਰ ਦਿੱਤੇ ਹੋਏ ਨੇ। ਉਸ ਦੇ ਵਿੱਚ ਉਹਨਾਂ ਨੂੰ
ਨੌਕਰੀ ਪਾਉਣ ਦਾ ਅਧਿਕਾਰ ਦਿੱਤਾ ਹੋਇਆ ਹੈ ਉਹ 16 ਦੇ ਵਿੱਚ ਹੈ ਜੀ। ਉਸ ਨੂੰ ਛੂਤ ਛਾਤ ਦਾ ਅਧਿਕਾਰ ਜਿਹੜਾ ਦਿੱਤਾ ਹੋਇਆ ਉਹ ਆਰਟੀਕਲ ਅਨੁਛੇਦ 17 ਦੇ ਵਿੱਚ ਦਿੱਤਾ ਹੋਇਆ ਜੀ। ਤੇ ਇਸ ਤੋਂ ਇਲਾਵਾ ਉਸ ਨੂੰ ਜਿਹੜੀ ਰਿਟ ਦਾ ਪ੍ਰਾਵਧਾਨ ਹੈ ਉਹ ਆਰਟੀਕਲ 32 ਦੇ ਵਿੱਚ ਦਿੱਤਾ ਹੋਇਆ ਹੈ। ਜਿਹੜਾ ਆਰਟੀਕਲ 32 ਹੈ ਜੀ ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ, ਬਹੁਤ ਵਾਰ ਪੁੱਛ ਲੈਂਦਾ ਹੈ। ਜਿਹੜਾ ਆਰਟੀਕਲ 32 ਹੈ, ਆਰਟੀਕਲ ਕਿਹੜੇ ਕੁਐਸਚਨ ਬਹੁਤ ਵਾਰੀ ਆਇਆ ਜੀ ਕਿ ਕਿਹੜੇ ਆਰਟੀਕਲ ਨੂੰ ਜਾਂ ਭੀਮ ਰਾਓ ਅੰਬੇਦਕਰ ਜੀ ਨੇ ਕਿਸ ਅਨੁਛੇਦ ਨੂੰ ਕਿਹਾ ਸੀ ਕਿ ਇਹ ਭਾਰਤੀ ਸੰਵਿਧਾਨ ਦੀ ਆਤਮਾ ਹੈ। ਡਾਕਟਰ ਭੀਮ ਰਾਓ ਅੰਬੇਦਕਰ ਨੇ ਕਿਹੜੇ ਅਨੁਛੇਦ ਨੂੰ ਭਾਰਤੀ ਸੰਵਿਧਾਨ ਦੀ ਆਤਮਾ ਕਿਹਾ ਸੀ? ਤਾਂ ਜੀ ਉਹ ਆਰਟੀਕਲ 32 ਹੈ। ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ, ਪੁੱਛ ਸਕਦਾ ਹੈ। ਹਾਂਜੀ, ਡਾਕਟਰ ਭੀਮ ਰਾਓ ਅੰਬੇਦਕਰ ਨੇ ਆਰਟੀਕਲ 32 ਨੂੰ ਕਿਹਾ ਸੀ। ਅਗਰ ਤੁਹਾਡੇ ਕੋਲੋਂ ਪੁੱਛ ਲਏ ਜੀ ਜਵਾਹਰ ਲਾਲ ਨਹਿਰੂ ਜੀ ਨੇ ਕਿਸ ਨੂੰ ਭਾਰਤ ਦੀ ਸੰਵਿਧਾਨ ਦੀ ਆਤਮਾ ਕਿਹਾ ਸੀ? ਤਾਂ ਉਹ ਹੈ ਜੀ ਪ੍ਰਿਮਲ ਆਪਣੀ ਪ੍ਰਸਤਾਵਨਾ ਹੈ ਜੀ। ਦੋਨੋਂ ਕੁਐਸਚਨ ਮੋਸਟ ਇੰਪੋਰਟੈਂਟ ਹੈ ਜੀ, ਮੈਂ ਦੁਬਾਰਾ ਫਿਰ ਦੱਸ ਦਿੰਦਾ ਹਾਂ। ਜੇਕਰ ਤੁਹਾਡੇ ਕੋਲੋਂ ਪੁੱਛ ਲਏ ਕਿ ਕਿਸ ਨੇ ਭਾਰਤੀ ਸੰਵਿਧਾਨ ਦੀ ਆਤਮਾ ਡਾਕਟਰ ਭੀਮ ਰਾਓ ਦੇ ਅਨੁਸਾਰ ਕਿਹੜੇ ਆਰਟੀਕਲ ਨੂੰ ਕਿਹਾ ਹੈ? ਤਾਂ ਉਹ ਆਰਟੀਕਲ 32 ਹੈ ਜੀ। ਠੀਕ ਹੈ, ਜਿਸ ਦੇ ਵਿੱਚ ਉਸ ਨੂੰ ਜਿਹੜੀ ਰਿਟ ਹੈ ਜੀ ਵੱਖ-ਵੱਖ ਪ੍ਰਕਾਰ ਦੀ ਉਹ ਲਾਉਣ ਦਾ ਅਧਿਕਾਰ ਇੱਕ ਭਾਰਤੀ ਨਾਗਰਿਕ ਨੂੰ ਦਿੱਤਾ ਗਿਆ ਹੈ। ਇਸੇ ਤਰੀਕੇ ਦੇ ਨਾਲ ਜਿਹੜੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹੋਏ ਹਨ ਉਹਨਾਂ ਨੇ ਪ੍ਰਸਤਾਵਨਾ ਹੈ ਜਿਹੜੀ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਹੈ ਜਿਹਨੂੰ ਪ੍ਰਿਮਲ ਕਿਹਾ ਜਾਂਦਾ ਹੈ, ਉਸ ਨੂੰ ਜਵਾਹਰ ਲਾਲ ਨਹਿਰੂ ਜੀ ਨੇ ਭਾਰਤੀ ਸੰਵਿਧਾਨ ਦੀ ਆਤਮਾ ਕਿਹਾ ਜੀ। ਅੱਗੇ ਚੱਲਦੇ ਹਾਂ ਜੀ। ਆਖਰੀ ਫੈਸਲਾ ਲੋਕਾਂ ਕੋਲ, ਬਿਲਕੁਲ ਜੀ ਆਖਰੀ ਫੈਸਲਾ ਲੋਕਾਂ ਦੇ ਕੋਲ ਹੈ। ਚਾਹੇ ਸਰਪੰਚ ਦੀ ਚੋਣਾਂ ਹੋਣ, ਚਾਹੇ MP MLA ਕਿਸੇ ਵੀ ਪ੍ਰਕਾਰ ਦੀ ਚੋਣਾਂ ਹੋਣ, ਜਿਹੜਾ ਆਖਰੀ ਫੈਸਲਾ ਹੈ ਉਹ ਲੋਕਾਂ ਦੇ ਹੱਥ ਵਿੱਚ ਹੁੰਦਾ ਹੈ। ਲੋਕ ਉਸ ਨੂੰ ਚੁਣ ਕੇ ਅੱਗੇ ਭੇਜ ਸਕਦੇ ਹਨ ਜਿਨ੍ਹਾਂ ਨੂੰ ਉਹ ਪਸੰਦ ਕਰਦੇ ਹਨ, ਕਿਉਂਕਿ ਉਹਨਾਂ ਦੇ ਕੋਲ ਇੱਕ ਹਥਿਆਰ ਦਿੱਤਾ ਹੋਇਆ ਜੀ। ਭਾਰਤੀ ਸੰਵਿਧਾਨ ਦੇ ਵਿੱਚ ਉਹਨਾਂ ਨੂੰ ਇੱਕ ਅਧਿਕਾਰ ਮਿਲਿਆ ਹੋਇਆ ਕਿ ਜੋ ਵੀ 18 ਸਾਲ ਦਾ ਵੋਟਰ ਹੈ ਜੀ ਵੋਟ ਪਾ ਕੇ ਉਹ ਆਪਣਾ ਪਸੰਦ ਦਾ ਨੇਤਾ ਚੁਣ ਸਕਦਾ ਹੈ, ਜਿਸ ਨੂੰ ਉਹ ਆਖਰੀ ਫੈਸਲੇ ਦੇ ਤੌਰ ਤੇ ਮੰਨ ਕੇ ਉਸ ਨੂੰ ਮੰਨਣਾ ਪੈਂਦਾ ਹੈ। ਜਿਹੜਾ ਜਿੱਤਦਾ ਜੀ ਉਹ ਸਦਨ ਦੇ ਵਿੱਚ ਜਾਂ MP MLA ਸਰਪੰਚ ਬਣਦਾ ਹੈ ਜੀ, ਤਾਂ ਆਖਰੀ ਫੈਸਲਾ ਜਨਤਾ ਦੇ ਕੋਲ ਹੁੰਦਾ ਹੈ। ਜੇਕਰ ਉਹ ਕਿਸੇ ਨੂੰ ਨਹੀਂ ਚਾਹੁੰਦੀ ਤਾਂ ਹੁਣ ਉਹ ਨੋਟੋ ਦਾ ਯੂਜ਼ ਕਰ ਸਕਦੀ ਹੈ। ਇੱਕ ਇੰਪੋਰਟੈਂਟ ਗੱਲ ਹੈ ਜੀ, ਇਹ ਆ ਸਕਦਾ ਹੈ ਕੁਐਸਚਨ ਕਿ ਅਗਰ ਤੁਹਾਨੂੰ ਕੋਈ ਵੀ MLA MP ਪਸੰਦ ਨਹੀਂ ਹੈ ਤਾਂ ਤੁਸੀਂ ਨੋਟੋ ਨੋਟ ਟੂ ਅਬਵ ਜਿਹੜਾ ਇਹਨਾਂ ਦੇ ਵਿੱਚੋਂ ਕੋਈ ਨਹੀਂ ਤੁਸੀਂ ਪ੍ਰਯੋਗ ਕਰ ਸਕਦੇ ਹੋ। ਇਹ ਮੋਸਟ ਇੰਪੋਰਟੈਂਟ ਹੈ ਜੀ। ਇਸ ਦੇ ਬਾਰੇ ਮੈਂ ਤੁਹਾਨੂੰ ਇੱਕ ਅਲੱਗ ਕਲਾਸ ਦੇ ਵਿੱਚ ਦੱਸ ਦਿਆਂਗਾ ਨੋਟੋ ਦਾ ਕੀ ਹੈ, ਥੋੜ੍ਹਾ ਜਿਹਾ ਦੱਸ ਦਿੰਦਾ। ਇਸ ਦਾ ਉਸ MLA MP 'ਤੇ ਕੋਈ ਫਰਕ ਨਹੀਂ ਪੈਂਦਾ, ਪਰ ਇਸ ਦੇ ਨਾਲ ਉਸ ਦੀ ਜਿਹੜੀ ਆਉਣ ਦੇ ਵਾਲੇ ਸਮੇਂ ਦੇ ਵਿੱਚ ਲੋਕ ਉਸ ਨੂੰ ਪਸੰਦ ਨਹੀਂ ਕਰਦੇ, ਇਹ ਜ਼ਰੂਰ ਪਤਾ ਚੱਲਦਾ ਹੈ ਜੀ। ਅੱਗੇ ਚੱਲਦੇ ਹਾਂ ਜੀ। ਨੈਕਸਟ ਪੁਆਇੰਟ ਆਪਣਾ ਕੀ ਹੈ? ਸੰਵਿਧਾਨਿਕ ਸੀਮਾਵਾਂ। ਇਹ ਮੋਸਟ ਇੰਪੋਰਟੈਂਟ ਹੈ ਜੀ। ਸੰਵਿਧਾਨਿਕ ਸੀਮਾਵਾਂ, ਹਰ ਇੱਕ ਵਿਅਕਤੀ ਹੈ ਜੀ ਜਿਹੜਾ ਚੁਣ ਕੇ ਜਾਂਦਾ ਹੈ ਉਸ ਨੂੰ ਸੰਵਿਧਾਨ ਦੇ ਵਿੱਚ ਕੁਝ ਸੀਮਾਵਾਂ ਦੇ ਦੁਆਰਾ ਕੁਝ ਉਹਦੇ ਉੱਤੇ ਇੰਪਲੀਮੈਂਟੇਸ਼ਨ ਲਗਾਏ ਹੋਏ ਜੀ, ਕੁਝ ਉਹਨੂੰ ਰੁਕਾਵਟਾਂ ਨੇ ਜੀ ਕਿ ਉਹ ਸੰਵਿਧਾਨ ਦੀ ਜਿਹੜੀ ਧਾਰਾਵਾਂ ਨੇ ਉਸ ਦੇ ਵਿੱਚ ਰਹਿ ਕੇ ਹੀ ਕੋਈ ਕੰਮ ਕਰ ਸਕਦਾ ਹੈ ਜੀ। ਚਾਹੇ ਭਾਰਤ ਦਾ ਰਾਸ਼ਟਰਪਤੀ ਹੈ ਜੀ ਉਹ ਸਰਵਉੱਚ ਨਾਗਰਿਕ ਮੰਨਿਆ ਜਾਂਦਾ ਹੈ, ਫਿਰ ਵੀ ਉਸ ਉੱਤੇ ਇਹ ਪਾਬੰਦੀ ਹੈ ਕਿ ਉਹ ਜੇਕਰ ਸੰਵਿਧਾਨ ਦੇ ਵਿਰੁੱਧ ਕੋਈ ਕੰਮ ਕਰਦਾ ਹੈ, ਜੇਕਰ ਉਹ ਸੰਵਿਧਾਨ ਦੇ ਵਿਰੁੱਧ ਕੋਈ ਵੀ ਕੰਮ ਕਰਦਾ ਹੈ ਤਾਂ ਉਸ ਨੂੰ ਉਸ ਦੇ ਪਦ ਤੋਂ ਹਟਾਇਆ ਜਾ ਸਕਦਾ ਹੈ ਜੀ। ਜਿਹੜਾ ਭਾਰਤ ਦਾ ਸਰਵਉੱਚ ਨਾਗਰਿਕ, ਪੁੱਛ ਲੈ ਜੀ ਕੁਐਸਚਨ ਆ ਸਕਦਾ ਹੈ, ਭਾਰਤ ਦਾ ਸਰਵਉੱਚ ਨਾਗਰਿਕ ਕੌਣ ਹੈ? ਭਾਰਤ ਦਾ ਸਰਵਉੱਚ ਨਾਗਰਿਕ ਭਾਰਤ ਦਾ ਰਾਸ਼ਟਰਪਤੀ ਹੁੰਦਾ ਹੈ ਜੀ, ਤਿੰਨੋਂ ਸੈਨਾਵਾਂ ਦਾ ਮੁਖੀ ਹੁੰਦਾ ਹੈ। ਉਹ ਸਭ ਤਰ੍ਹਾਂ ਦੀ ਪਾਵਰ ਰੱਖਦਾ ਹੈ ਜੀ। ਉਸ ਦੇ ਨਾਂ ਦੇ ਉੱਤੇ ਹੀ ਅਸੀਂ ਵਿਦੇਸ਼ਾਂ ਦੇ ਵਿੱਚ ਜਿਹੜੇ ਵੀ ਕੰਟਰੈਕਟ ਜਿਹੜੇ MOU ਸਾਈਨ ਕੀਤੇ ਜਾਂਦੇ ਹੈ ਉਹ ਸਾਰੇ ਕੁਝ ਜਿਹੜੇ ਰਾਸ਼ਟਰਪਤੀ ਦੇ ਨਾਂ ਉੱਤੇ ਕੀਤੇ ਜਾਂਦੇ ਹਨ। ਪਰ ਜੇਕਰ ਉਹ ਸੰਵਿਧਾਨ ਦੀ ਜਿਹੜੀ ਧਾਰਾਵਾਂ ਨੇ, ਜੇਕਰ ਉਹ ਸੰਵਿਧਾਨ ਦੀਆਂ ਅਨੁਛੇਦ ਦੀ ਉਲੰਘਣ ਕਰਦਾ ਹੈ ਤਾਂ ਉਸ ਨੂੰ ਵੀ ਮਹਾ ਅਭਿਯੋਗ ਦੇ ਦੁਆਰਾ, ਯਾਦ ਰੱਖਣਾ ਹੈ ਜੀ, ਇੰਪੀਚਮੈਂਟ ਦੇ ਦੁਆਰਾ ਉਸ ਨੂੰ ਉਸ ਦੇ ਪਦ ਤੋਂ ਹਟਾਇਆ ਜਾ ਸਕਦਾ ਹੈ। ਜਿਹੜਾ ਆਪਣਾ ਨੈਕਸਟ ਟੌਪਿਕ ਹੈ ਜੀ ਉਹ ਰਾਜ ਸਰਕਾਰ ਤੇ ਕੇਂਦਰ ਸਰਕਾਰ ਦੇ ਸੰਵਿਧਾਨਿਕ ਜਿਹੜੇ ਪੱਖ ਨੇ, ਵੱਖ-ਵੱਖ ਸੰਸਦ ਦੇ ਜਿਹੜੇ ਭਾਗ ਨੇ ਉਹ ਹੋਵੇਗਾ। ਜੇਕਰ ਤੁਸੀਂ ਹਾਲੇ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ, ਬੈਲ ਆਈਕਨ ਨੂੰ ਦਬਾ ਦਿਓ। ਜਿਹੜੀ ਵੀ ਵੀਡੀਓ ਇਸ ਚੈਨਲ ਦੇ ਉੱਤੇ ਅਪਲੋਡ ਕੀਤੀ ਜਾਂਦੀ ਹੈ ਉਸ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਏਗੀ। ਤਾਂ ਅੱਗੇ ਹੈ ਜੀ ਇੱਕ ਨਾਗਰਿਕ ਇੱਕ ਵੋਟ। ਇਹ ਸਭ ਨੂੰ ਪਤਾ ਹੈ ਕਿ ਭਾਰਤੀ ਸੰਵਿਧਾਨ ਦੇ ਵਿੱਚ ਇਹ ਪ੍ਰਾਵਧਾਨ ਕੀਤਾ ਗਿਆ ਹੈ ਕਿ ਜੋ ਵੀ ਭਾਰਤ ਦਾ ਨਾਗਰਿਕ ਹੋਵੇਗਾ ਜਿਸ ਨੇ ਇੱਕ ਉਮਰ ਨਿਰਧਾਰਿਤ ਕੀਤੀ ਹੋਈ ਜੀ, ਕਿੰਨੀ ਉਮਰ? 18 ਸਾਲ। ਆਪਣੀ ਉਮਰ ਕਿੰਨੀ ਨਿਰਧਾਰਿਤ ਕੀਤੀ ਹੋਈ ਜੀ? ਜੋ ਵੀ ਵਿਅਕਤੀ 18 ਸਾਲ ਦੀ ਆਯੂ ਪੂਰੀ ਕਰ ਲੈਂਦਾ ਹੈ ਉਸ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਜੀ। ਉਹ ਬਿਨਾਂ ਭੈ ਤੋਂ ਕਿਸੇ ਵੀ ਪਾਰਟੀ ਨੂੰ, ਕਿਸੇ ਵੀ ਵਿਅਕਤੀ ਨੂੰ ਵੋਟ ਪਾ ਸਕਦਾ ਹੈ। ਜਿਹੜਾ ਉਹ ਵੋਟ ਪਾਏਗਾ, ਇੱਕ ਵੋਟ ਦੀ ਇੱਕ ਕੀਮਤ ਮੰਨੀ ਜਾਏਗੀ। ਕਹਿਣ ਦਾ ਭਾਵ ਇਹ ਹੈ ਕਿ ਜੇਕਰ ਉਹ ਵੋਟ ਪਾਉਂਦਾ ਹੈ ਤਾਂ ਇਹ ਮੰਨਿਆ ਜਾਏਗਾ ਕਿ ਇੱਕ ਵਿਅਕਤੀ ਨੂੰ ਇੱਕ ਵੋਟ ਮਿਲ ਗਿਆ ਹੈ ਜੀ।
ਇਸ ਤੋਂ ਅੱਗੇ ਵਿਸ਼ੇਸ਼ਤਾ ਹੈ ਜੀ ਵਿਰੋਧੀ ਪਾਰਟੀਆਂ ਦੀ ਹੋਂਦ। ਇਹ ਜ਼ਰੂਰੀ ਵੀ ਹੈ ਜੀ। ਹਰ ਇੱਕ ਰਾਜ ਕੇਂਦਰ ਦੇ ਵਿੱਚ ਵੀ ਵਿਰੋਧੀ ਪਾਰਟੀਆਂ ਦਾ ਬਹੁਤ ਯੋਗਦਾਨ ਹੈ। ਜਿਵੇਂ ਸਾਡੇ ਪੰਜਾਬ ਦੇ ਵਿੱਚ ਵਿਰੋਧੀ ਪਾਰਟੀ ਹੁਣ ਕੌਣ ਹੈ ਜੀ? ਵਿਰੋਧੀ ਪਾਰਟੀ ਹੈ ਜੀ ਆਮ ਆਦਮੀ ਪਾਰਟੀ। ਤੇ ਸੱਤਾ ਪਾਰਟੀ ਕੌਣ ਹੈ ਜੀ? ਇਹ ਤੁਸੀਂ ਛੋਟੇ ਛੋਟੇ ਸ਼ਬਦ ਨੇ ਪਰ ਯਾਦ ਰੱਖਣਾ ਹੈ ਜੀ। ਸੱਤਾਧਾਰੀ ਪਾਰਟੀ ਹੈ ਜੀ ਆਪਣੀ ਕਾਂਗਰਸ ਪਾਰਟੀ ਹੈ ਜੀ। ਤੇ ਜਿਹੜੀ ਆਪਣੀ ਆਮ ਆਦਮੀ ਪਾਰਟੀ ਹੈ ਉਹ ਹੈ ਜੀ ਵਿਰੋਧੀ ਧਿਰ ਦੀ ਪਾਰਟੀ। ਇਸੇ ਤਰ੍ਹਾਂ ਤਰੀਕੇ ਦੇ ਨਾਲ ਕੇਂਦਰ ਦੇ ਵਿੱਚ ਭਾਜਪਾ ਹੈ ਜੀ। ਭਾਜਪਾ ਤੇ ਦੀ ਜਿਹੜੀ ਵੀ ਅਲਾਇੰਸ ਪਾਰਟੀਆਂ ਨੇ, ਜਿਹਨੂੰ ਆਪਾਂ ਐਨਡੀਏ ਦੇ ਨਾਂ ਤੋਂ ਜਾਣਦੇ ਹਾਂ ਜੀ, ਜਿਹੜੀ ਐਨਡੀਏ ਦੀ ਸਰਕਾਰ ਹੈ। ਤੇ ਵਿਰੋਧੀ ਪਾਰਟੀ ਹੈ ਜੀ ਜਿਹੜੀ ਯੂਪੀਏ ਹੈ, ਯੂਪੀਏ ਗਵਰਨਮੈਂਟ ਹੈ ਜੀ, ਜਿਸ ਨੂੰ ਕਾਂਗਰਸ। ਇਹ ਤੁਸੀਂ ਦੋ ਸ਼ਬਦ ਯਾਦ ਜ਼ਰੂਰ ਰੱਖਣੇ ਜੀ, ਯੂਪੀਏ ਤੇ ਐਨਡੀਏ। ਕਈ ਵਾਰ ਆ ਜਾਂਦਾ ਹੈ ਜੀ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ ਹੈ ਜੀ, ਇਹ ਹੈ ਜੀ ਯੂਨੀਅਨ ਪਬਲਿਕ ਅਲਾਇੰਸ। ਇਹ ਦੋਨੋਂ ਤੁਸੀਂ ਫੁੱਲ ਫਾਰਮ ਵੀ ਤੁਹਾਨੂੰ ਆਉਣੀ ਚਾਹੀਦੀ ਹੈ ਜੀ, ਯਾਦ ਰੱਖਣੀ ਚਾਹੀਦੀ ਹੈ। ਯੂਪੀਏ ਦੀ ਗਵਰਨਮੈਂਟ ਕਾਂਗਰਸ, ਇਹਦੇ ਵਿੱਚ ਜਿਹੜੀ ਉਹਦੀ ਵੱਖ-ਵੱਖ ਰਾਜਾਂ ਦੀਆਂ ਹੋਰ ਸਰਕਾਰਾਂ ਦੇ ਜਿਹੜੀ ਰਾਜ ਸਰਕਾਰਾਂ ਨੇ ਉਹਨਾਂ ਦਾ ਜਿਹੜਾ ਅਲਾਇੰਸ ਹੈ, ਜਿਹੜਾ ਉਹਨਾਂ ਦਾ ਗਠਬੰਧਨ ਹੈ, ਉਸ ਨੂੰ ਪੂਰੇ ਨੂੰ ਯੂਪੀਏ ਬੋਲਿਆ ਜਾਂਦਾ ਹੈ। ਤੇ ਜਿਹੜੀ ਸੱਤਾਧਾਰੀ ਪਾਰਟੀ ਹੈ ਉਸ ਨੂੰ ਭਾਜਪਾ ਦੇ ਜਿਵੇਂ ਅਲਾਇੰਸ ਨੇ ਜੀ, ਅਕਾਲੀ ਹੋ ਗਿਆ, ਜਿਵੇਂ ਪਿਆਰ ਦੀ ਆਰਜੇਡੀ ਹੋ ਗਈ, ਇਹ ਵੱਖ-ਵੱਖ ਜਿਹੜੀ ਰਾਜ ਦੀਆਂ ਪਾਰਟੀਆਂ ਨੇ ਉਹ ਮਿਲ ਕੇ ਇੱਕ ਵੱਡੀ ਪਾਰਟੀ ਬਣਾਈ ਹੈ, ਉਹ ਐਨਡੀਏ ਜੀ। ਇਸ ਦੇ ਵਿੱਚ ਬਹੁਤ ਸਾਰੇ ਸਮੂਹ ਜਿਹੜੇ ਦਲ ਨੇ ਹੋਰ ਮਿਲੇ ਹੋਏ ਨੇ। ਤਾਂ ਇਸ ਤਰੀਕੇ ਦੇ ਨਾਲ ਵਿਰੋਧੀ ਪਾਰਟੀਆਂ ਦੀ ਹੋਣਾ ਬਹੁਤ ਜ਼ਰੂਰੀ ਹੈ ਜੀ, ਕਿਉਂਕਿ ਜੇਕਰ ਵਿਰੋਧੀ ਪਾਰਟੀ ਜੇ ਸਦਨ ਦੇ ਵਿੱਚ ਨਹੀਂ ਹੋਏਗੀ ਤਾਂ ਜਨਤਾ ਨੂੰ ਕਦੇ ਵੀ ਜਿਹੜੀ ਸੱਤਾਧਾਰੀ ਪਾਰਟੀ ਹੈ ਉਸ ਦੀਆਂ ਕਮੀਆਂ ਦਾ ਪਤਾ ਨਹੀਂ ਲੱਗੇਗਾ। ਕਿਉਂਕਿ ਜਿਹੜੀ ਵਿਰੋਧੀ ਪਾਰਟੀ ਹੁੰਦੀ ਹੈ ਉਹ ਸੱਤਾਧਾਰੀ ਪਾਰਟੀ ਦੇ ਜਿਹੜੇ ਕੰਮ ਨਾ ਕਰਦੀ ਹੋਵੇ ਤਾਂ ਉਹਦੇ ਜਿਹੜੇ ਕੰਮ ਨਾ ਕਰਨ ਦੇ ਤੌਰ ਤਰੀਕੇ ਉਸ ਦੇ ਉੱਤੇ ਸਵਾਲ ਜਾਂ ਨਿਸ਼ਾਨ ਪੈਦਾ ਕਰਦੀ ਹੈ ਜੀ। ਜੇਕਰ ਕੋਈ ਵਿਰੋਧੀ ਪਾਰਟੀ ਨਾ ਹੋਵੇਗੀ ਤਾਂ ਜਿਹੜੀ ਸੱਤਾਧਾਰੀ ਪਾਰਟੀ ਹੈ ਉਹ ਕਦੇ ਵੀ ਜਨਤਾ ਦੇ ਹਿੱਤ ਬਾਰੇ ਨਹੀਂ ਸੋਚੇਗੀ, ਉਹ ਜਨਤਾ ਦੇ ਲਈ ਕੰਮ ਨਹੀਂ ਕਰੇਗੀ। ਕਿਉਂਕਿ ਜੇਕਰ ਇੱਕ ਕੰਮ ਕਰਨ ਵਾਲੇ ਦੇ ਉੱਤੇ ਕੋਈ ਸਵਾਲੀਆ ਨਿਸ਼ਾਨ ਖੜਾ ਕਰਨ ਵਾਲਾ ਨਾ ਹੋਵੇ ਤਾਂ ਉਸ ਨੂੰ ਇਹ ਕੋਈ ਨਹੀਂ ਆਖ ਸਕਦਾ ਕਿ ਤੁਸੀਂ ਕੰਮ ਸਹੀ ਕੀਤਾ ਜਾਂ ਗਲਤ ਕੀਤਾ। ਤਾਂ ਵਿਰੋਧੀ ਪਾਰਟੀ ਇੱਕ ਵਾਚ ਡੌਗ ਦੀ ਤਰ੍ਹਾਂ ਕੰਮ ਕਰਦੀ ਹੈ ਜੀ। ਉਹ ਇੱਕ ਇਸ ਤਰੀਕੇ ਦੇ ਨਾਲ ਨਿਰੱਖਤ ਦੇ ਰੂਪ ਦੇ ਵਿੱਚ ਕੰਮ ਕਰਦੀ ਹੈ। ਜੇਕਰ ਸੱਤਾਧਾਰੀ ਪਾਰਟੀ ਕੋਈ ਸਹੀ ਤਰੀਕੇ ਦੇ ਨਾਲ ਕਦਮ ਨਹੀਂ ਉਠਾਉਂਦੀ, ਜਿਵੇਂ ਹੁਣ ਜੀ ਕੋਵਿਡ-19 ਦੀ ਸਥਿਤੀ ਬਣੀ ਹੋਈ ਹੈ, ਇਸ ਸਮੇਂ ਵਿਰੋਧੀ ਪਾਰਟੀਆਂ ਦੀ ਬਹੁਤ ਅਹਿਮ ਭੂਮਿਕਾ ਹੈ ਜੀ। ਸੱਤਾਧਾਰੀ ਪਾਰਟੀ ਉੱਤੇ ਉਹਨਾਂ ਦਾ ਪ੍ਰੈਸ਼ਰ ਹੈ ਜੀ। ਜੇ ਉਹ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰਨਗੇ, ਦੇਸ਼ ਦੇ ਹਿੱਤ ਦੇ ਲਈ ਕੰਮ ਨਹੀਂ ਕਰਨਗੇ, ਤਾਂ ਵਿਰੋਧੀ ਪਾਰਟੀਆਂ ਉਹਨਾਂ ਦੇ ਉੱਤੇ ਜਦੋਂ ਹੀ ਸਦਨ ਦੀ ਸਟਾਰਟਿੰਗ ਹੋਏਗੀ ਉਹ ਕਹਿਣਗੇ ਜੀ ਤੁਸੀਂ ਉਸ ਸਮੇਂ ਦੇ ਵਿੱਚ ਕੁਝ ਨਹੀਂ ਕੀਤਾ ਤਾਂ ਜੋ ਦੇਸ਼ ਦੀ ਹਾਲਤ ਖਰਾਬ ਨਾ ਹੋਣ। ਤਾਂ ਵਿਰੋਧੀ ਪਾਰਟੀਆਂ ਦਾ ਬਹੁਤ ਯੋਗਦਾਨ ਹੈ ਜੀ। ਵਿਰੋਧੀ ਹਰ ਤਰੀਕੇ ਦੇ ਨਾਲ ਵਿਰੋਧੀ ਪਾਰਟੀ ਸੱਤਾ ਦੇ ਵਿੱਚ ਰਹਿੰਦੀ ਪਾਰਟੀ ਦੇ ਜਿਹੜੇ ਕੰਮ ਹੈ ਉਹਨਾਂ ਦੇ ਵਿੱਚ ਨੁਕਤਾਚੀਨੀ ਕਰਦੀ ਰਹਿੰਦੀ ਹੈ ਜੀ। ਨੈਕਸਟ ਆਪਣੀ ਲੋਕਤੰਤਰ ਦੀ ਵਿਸ਼ੇਸ਼ਤਾ ਹੈ ਜੀ ਰਾਜਨੀਤਿਕ ਬਰਾਬਰੀ। ਹਰ ਇੱਕ ਪਾਰਟੀ ਨੂੰ, ਹਰ ਇੱਕ ਵਿਅਕਤੀ ਨੂੰ ਰਾਜਨੀਤਿਕ ਬਰਾਬਰੀ ਹੈ ਜੀ। ਕੋਈ ਵੀ ਵਿਅਕਤੀ ਚੁਣਾਵ ਲੜ ਸਕਦਾ ਹੈ ਜੋ ਕਿ ਕੰਡੀਸ਼ਨ ਪੂਰੀ ਕਰਦਾ ਹੋਵੇ। ਥੋੜ੍ਹਾ ਜਿਹਾ ਮੈਂ ਦੱਸ ਦਿੰਦਾ ਜੀ, ਜੇ ਤੁਸੀਂ ਸਰਪੰਚ ਦੀ ਚੋਣ ਲੜਨੀ ਹੈ, ਤੁਹਾਡੀ ਉਮਰ 25 ਸਾਲ ਹੋਣੀ ਚਾਹੀਦੀ ਹੈ। MP ਬਣਨਾ ਹੈ 25 ਸਾਲ ਹੋਣੀ ਚਾਹੀਦੀ ਹੈ ਜੀ। ਤੁਸੀਂ ਰਾਜ ਸਭਾ ਵੀ ਜਾਣੇ ਚਾਹੁੰਦੇ ਹੋ 30 ਸਾਲ ਹੋਣੀ ਚਾਹੀਦੀ ਹੈ। 35 ਸਾਲ ਤੁਹਾਡੀ ਰਾਸ਼ਟਰਪਤੀ ਦੇ ਲਈ ਹੈ ਜੀ। ਹਰ ਰਾਜਨੀਤਿਕ ਪਾਰਟੀ ਹੈ ਉਸ ਨੂੰ ਬਰਾਬਰੀ ਹੈ ਜੀ। ਕੋਈ ਛੋਟੀ ਵੱਡੀ ਪਾਰਟੀ ਕੋਈ ਨਹੀਂ ਹੈ। ਉਹ ਕੋਈ ਵੀ ਪਾਰਟੀ, ਕੋਈ ਵੀ ਵਿਅਕਤੀ ਚੁਣਾਵ ਲੜ ਸਕਦਾ ਹੈ। ਉਹ ਬਸ ਭਾਰਤ ਦਾ ਨਾਗਰਿਕ ਹੋਵੇ, ਦਿਵਾਲੀਆ ਨਾ ਹੋਵੇ ਜੀ, ਦਿਮਾਗ ਉਸ ਦਾ ਸਹੀ ਹੋਵੇ। ਤੇ ਇਸ ਤੋਂ ਇਲਾਵਾ ਉਸ ਨੂੰ ਕੋਈ ਵੀ ਰਾਜਨੀਤਿਕ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਜੇਕਰ ਕੋਈ ਲਾਭ ਦੇ ਪਦ 'ਤੇ ਹੈ ਤਾਂ ਉਸ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਜੀ। ਹਰ ਵਿਅਕਤੀ ਦਾ ਆਦਰ, ਹਰ ਵਿਅਕਤੀ ਦਾ ਆਦਰ ਹੈ ਜੀ। ਚਾਹੇ ਉਹ ਵਿਅਕਤੀ ਕਿਸੇ ਵੀ ਕਮਿਊਨਿਟੀ ਤੋਂ ਬਿਲੋਂਗ ਕਰਦਾ ਹੋਏ, ਬਿਨਾਂ ਰੰਗ, ਜਾਤ, ਧਰਮ, ਭੇਦ, ਅਮੀਰ, ਗਰੀਬ ਸਭ ਨੂੰ ਛੱਡ ਕੇ ਜੀ ਹਰ ਵਿਅਕਤੀ ਦਾ ਆਦਰ ਕੀਤਾ ਜਾਂਦਾ ਹੈ। ਰਾਜਨੀਤਿਕ ਤੌਰ 'ਤੇ ਹਰ ਵਿਅਕਤੀ ਨੂੰ ਬਰਾਬਰ ਮੰਨਿਆ ਜਾਂਦਾ ਹੈ ਜੀ। ਹਰ ਵਿਅਕਤੀ ਨੂੰ ਇੱਕ ਵੋਟ, ਇੱਕ ਕੀਮਤ ਦਾ ਅਧਿਕਾਰ ਦਿੱਤਾ ਗਿਆ, ਜਿਹੜੀ ਆਪਾਂ ਪਿੱਛੇ ਇੱਕ ਵਿਸ਼ੇਸ਼ਤਾ ਪੜ੍ਹੀ ਹੈ ਜੀ। ਉਸ ਤੋਂ ਬਾਅਦ ਸੁਤੰਤਰਤਾ, ਹਰ ਵਿਅਕਤੀ ਨੂੰ ਸੁਤੰਤਰਤਾ ਹੈ ਜੀ। ਇਹ ਆਰਟੀਕਲ 15 ਦੇ ਵਿੱਚ ਦੱਸਿਆ ਹੋਇਆ ਜੀ। ਉਸ ਨੂੰ ਬਿਨਾਂ ਕਿਸੇ ਰੰਗ, ਧਰਮ, ਨਸਲ, ਲਿੰਗ, ਭੇਦ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਉਸ ਦੇ ਨਾਲ ਵਿਤਕਰਾ ਨਹੀਂ ਕੀਤਾ ਜਾ ਸਕਦਾ। ਨਿਆਂ, ਹਰ ਵਿਅਕਤੀ ਨੂੰ ਜੀ ਜਸਟਿਸ ਮਿਲਦਾ ਹੈ ਜੀ। ਜਸਟਿਸ ਦੇ ਲਈ ਆਪਣੇ ਸਭ ਤੋਂ ਜਿਹੜੀ ਉੱਚ ਅਦਾਲਤ ਹੈ ਜੀ ਉਹ ਹੈ ਜੀ ਆਪਣੀ ਸੁਪਰੀਮ ਕੋਰਟ, ਜਿਹੜੀ ਕਿ ਦਿੱਲੀ ਵਿੱਚ ਹੈ। ਤੇ ਇਸ ਤਰੀਕੇ ਦੇ ਨਾਲ ਰਾਜ ਸਰਕਾਰਾਂ ਨੇ ਜੀ ਕੀ ਬਣਾਈ ਹੋਈਆਂ ਨੇ, ਆਪਣੀ ਹਾਈ ਕੋਰਟਸ ਬਣਾਈ ਹੋਈ ਨੇ। ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜਿਹੜੀ ਪੰਜਾਬ ਦੀ ਹੈ ਜੀ, ਜੋ ਕਿ ਹਰਿਆਣਾ ਅਤੇ ਪੰਜਾਬ ਦੋਵਾਂ ਦੀ ਇੱਕੋ ਇੱਕ ਹਾਈ ਕੋਰਟ ਹੈ ਜੀ। ਸਹਿਣਸ਼ੀਲਤਾ, ਹਰ ਵਿਅਕਤੀ ਨੂੰ ਸਹਿਣਸ਼ੀਲ ਬਣਾਉਂਦਾ ਹੈ ਜੀ। ਭਾਰਤ ਦਾ ਜਿਹੜਾ ਸੰਵਿਧਾਨ ਹੈ ਉਹ ਮੌਲਿਕ ਅਧਿਕਾਰ ਦਿੰਦਾ ਹੈ ਹਰ ਵਿਅਕਤੀ ਨੂੰ, ਕਮਜ਼ੋਰ ਜੇਕਰ ਹੋਵੇ ਤਾਂ ਉਸ ਦਾ ਭਲਾ ਕਰਦਾ ਹੈ ਜੀ। ਸੁਤੰਤਰ ਅਤੇ ਨਿਰਪੱਖ ਨਿਆਂਪਾਲਿਕਾ ਮੋਸਟ ਇੰਪੋਰਟੈਂਟ ਹੈ ਜੀ। ਨਿਆਂਪਾਲਿਕਾ ਕਿਸੇ ਦੇ ਨਾਲ ਪੱਖਪਾਤ ਨਹੀਂ ਕਰਦੀ ਜੀ। ਜੇਕਰ ਉਹ ਇੱਕ MLA, MP ਜਾਂ ਰਾਜਨੇਤਾ ਗਰੀਬ ਅਮੀਰ ਸਭ ਦੇ ਨਾਲ ਇੱਕੋ ਜਿਹਾ ਵਿਵਹਾਰ ਕਰਦੀ ਹੈ, ਉਹ ਕਿਤੇ ਵੀ ਗਲਤੀ ਕਰਦਾ ਹੈ ਤਾਂ ਉਸ ਨੂੰ ਸਜ਼ਾ ਦਾ ਪ੍ਰਾਵਧਾਨ ਕੀਤਾ ਗਿਆ ਹੈ ਜੀ। ਕਿਉਂਕਿ
ਨਿਆਂਪਾਲਿਕਾ ਦੇ ਸਾਹਮਣੇ ਸਾਰੇ ਇੱਕੋ ਜਿਹੇ ਨੇ, ਕਿਉਂਕਿ ਕਾਨੂੰਨ ਦੇ ਲਈ ਸਾਰਿਆਂ ਨੂੰ ਬਰਾਬਰ ਮੰਨਿਆ ਗਿਆ, ਕਿਸੇ ਦੇ ਵਿੱਚ ਵੀ ਭੇਦਭਾਵ ਨਹੀਂ ਕੀਤਾ ਗਿਆ। ਰਾਜ ਤੇ ਸਰਕਾਰਾਂ ਇੱਕ ਸਾਧਨ ਹਨ। ਬਿਲਕੁਲ ਸਹੀ ਗੱਲ ਹੈ ਜੀ, ਰਾਜ ਤੇ ਸਰਕਾਰਾਂ ਇੱਕ ਸਾਧਨ ਹਨ, ਕਿਉਂਕਿ ਰਾਜ ਜਿਹੜਾ ਕੋਈ ਵੀ ਹੈ ਜੀ ਉਹ ਆਪਣੇ ਸੱਸ ਨੂੰ ਤਾਂ ਹੀ ਚਲਾ ਸਕਦਾ ਜੇਕਰ ਉਹ ਜਨਤਾ ਦਾ ਵੱਧ ਤੋਂ ਵੱਧ ਭਲਾ ਕਰੇ ਜੀ, ਕਿਉਂਕਿ ਜਿਹੜੀ ਸਭ ਬੰਦਿਆਂ ਨੇ ਇੱਕ ਵਿਅਕਤੀ ਨੂੰ ਆਪਣਾ ਜਿਹੜਾ ਰਿਪਰੈਜ਼ੈਂਟੇਟਿਵ ਚੁਣਿਆ ਜੀ, ਉਹ ਦੇਸ਼ ਦੇ ਲਈ, ਆਪਣੇ ਲੋਕਾਂ ਦੇ ਲਈ, ਆਪਣੇ ਇਲਾਕੇ ਦੇ ਲਈ ਕੰਮ ਕਰਦਾ ਹੈ ਜੀ। ਜੇਕਰ ਇੱਕ MP MLA ਚੁਣਿਆ ਜਾਂਦਾ ਹੈ ਤਾਂ ਉਹ ਦੇਸ਼ ਹਿੱਤ ਦੇ ਲਈ ਕਾਰਜ ਕਰਦਾ ਹੈ ਜੀ। ਰਾਜ ਅਤੇ ਸਰਕਾਰਾਂ ਦਾ ਇਹ ਮਕਸਦ ਰਹਿੰਦਾ ਹੈ ਕਿ ਉਹ ਜਨਤਾ ਦੇ ਸਰਵ ਉੱਚ ਅਤੇ ਸਰਵ ਜਿਹੜੇ ਕੰਮ ਹੈ ਉਹ ਕਰਨ ਜੀ। ਆਰਥਿਕ ਤੌਰ ਤੇ ਲੋਕਾਂ ਨੂੰ ਮਜ਼ਬੂਤ ਕਰਨ, ਲੋਕਤੰਤਰੀ ਸਮਾਜ ਦੀ ਸਥਾਪਨਾ ਕਰਨ, ਲੋਕਤੰਤਰ ਜੀਵਨ ਸ਼ੈਲੀ ਨੂੰ ਅਪਣਾਉਣ ਜੀ। ਜਿਸ ਪ੍ਰਕਾਰ ਉਹ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿੱਚ ਚੁਣੇ ਜਾਂਦੇ ਹਨ, ਉਹ ਲੋਕਾਂ ਦਾ ਪ੍ਰਤੀਨਿਧਿਤਵ ਕਰਦੇ ਹਨ ਤੇ ਲੋਕਾਂ ਦਾ ਹਰ ਤਰੀਕੇ ਦੇ ਨਾਲ ਭਲਾ ਕਰੇ ਜੀ। ਤਾਂ ਇਹ ਕੁਝ ਇੱਕ ਜਿਹੜੀ ਵਿਸ਼ੇਸ਼ਤਾਵਾਂ ਹੈ ਜੀ, ਆਪਾਂ ਲਗਭਗ ਵਿਸ਼ੇਸ਼ਤਾਵਾਂ ਪੜ੍ਹੀਆਂ ਨੇ। ਤੁਹਾਨੂੰ ਕੁਐਸਚਨ ਆ ਸਕਦਾ ਜੀ ਵਿਸ਼ੇਸ਼ਤਾਵਾਂ ਕੀ ਨੇ। ਇਸ ਤੋਂ ਇਲਾਵਾ 1 ਨੰਬਰ ਦੇ ਵਿੱਚ ਤੁਹਾਨੂੰ ਕੁਐਸਚਨ ਪੁੱਛ ਸਕਦਾ ਹੈ ਜੀ ਕਿ ਭਾਰਤੀ ਲੋਕਤੰਤਰ ਦੇ ਵਿੱਚ ਰਾਜਨੀਤਿਕ ਬਰਾਬਰੀ ਹੈ ਜਾਂ ਨਹੀਂ, ਜਾਂ ਪੁੱਛ ਸਕਦਾ ਹੈ ਜੀ ਕਿ ਹਰ ਇੱਕ ਵਿਅਕਤੀ ਨੂੰ ਵੋਟ ਪਾਉਣ ਦਾ ਅਧਿਕਾਰ ਹੈ, ਜਾਂ ਤੁਹਾਨੂੰ ਪੁੱਛ ਸਕਦਾ ਹੈ ਜੀ ਕਿਸ ਆਰਟੀਕਲ ਦੇ ਵਿੱਚ, ਕਿਸ ਅਨੁਛੇਦ ਦੇ ਵਿੱਚ ਸੁਤੰਤਰਤਾ ਦਾ ਅਧਿਕਾਰ ਦਿੱਤਾ ਗਿਆ। ਇਸ ਤਰੀਕੇ ਦੇ ਨਾਲ ਤੁਹਾਨੂੰ 1 ਨੰਬਰ ਦੇ ਵਿੱਚ ਵੀ ਕੁਐਸਚਨ ਆ ਸਕਦਾ ਹੈ। ਬਾਕੀ ਫਸਟ ਈਅਰ ਦਾ ਜਿਹੜਾ ਹੈ ਜੀ ਉਹਦੇ ਵਿੱਚ ਇੱਕ 10 ਨੰਬਰ ਦਾ ਪੂਰਾ ਕੁਐਸਚਨ ਆਉਂਦਾ ਜੀ। ਇਹਨਾਂ ਨੂੰ ਤੁਸੀਂ ਪੂਰਿਆਂ ਨੂੰ ਐਕਸਪਲੇਨ ਕਰਨਾ ਹੋਏਗਾ। ਨੈਕਸਟ ਟੌਪਿਕ ਤੇ ਆਪਾਂ ਚੱਲਦੇ ਹਾਂ ਜੀ। ਨੈਕਸਟ ਟੌਪਿਕ ਹੈ ਜੀ ਆਪਣਾ ਪ੍ਰਤੱਖ ਲੋਕਤੰਤਰ ਤੇ ਅਪ੍ਰਤੱਖ ਲੋਕਤੰਤਰ। ਲੋਕਤੰਤਰ ਦੇ ਪ੍ਰਕਾਰ ਨੇ ਜੀ, 2 ਤਰੀਕੇ ਦਾ ਲੋਕਤੰਤਰ ਹੈ ਜੀ, ਪ੍ਰਤੱਖ ਲੋਕਤੰਤਰ ਤੇ ਅਪ੍ਰਤੱਖ ਲੋਕਤੰਤਰ। ਨਾ ਤੋਂ ਹੀ ਪਤਾ ਹੈ ਜੀ ਇਹ ਡਾਇਰੈਕਟ ਹੈ ਜੀ ਤੇ ਇਹ ਇਨਡਾਇਰੈਕਟ ਹੈ। ਆਪਣੇ ਭਾਰਤ ਦੇ ਵਿੱਚ ਤੁਹਾਡੇ ਕੋਲ ਪੁੱਛ ਲਏ ਕਿਸ ਤਰੀਕੇ ਦਾ ਲੋਕਤੰਤਰ ਹੈ, ਅਪ੍ਰਤੱਖ ਲੋਕਤੰਤਰ ਹੈ ਜੀ। ਤੇ ਪ੍ਰਤੱਖ ਲੋਕਤੰਤਰ ਇੱਕ ਸਵਿਟਜ਼ਰਲੈਂਡ ਦੇਸ਼ ਹੈ ਜੀ, ਉਸ ਦੇ ਵਿੱਚ ਹੈ ਪ੍ਰਤੱਖ ਲੋਕਤੰਤਰ। ਪ੍ਰਤੱਖ ਲੋਕਤੰਤਰ ਦੇ ਵਿੱਚ ਸਾਰੇ ਹੀ ਨਾਗਰਿਕਾਂ ਦਾ ਅਧਿਕਾਰ ਹੁੰਦਾ ਜੀ। ਉਸ ਦੇ ਵਿੱਚ ਕੋਈ ਇੱਕ ਪਾਰਟੀ ਜਾਂ ਸਦਨ ਦਾ ਕੋਈ ਸਿਸਟਮ ਨਹੀਂ ਹੁੰਦਾ ਜੀ। ਪਰ ਅਪ੍ਰਤੱਖ ਲੋਕਤੰਤਰ ਦੇ ਵਿੱਚ ਲੋਕ ਚੁਣ ਕੇ ਆਪਣੇ ਜਿਹੜੇ ਮੁਖੀ ਜੀ ਉਹਨਾਂ ਨੂੰ ਭੇਜ ਦਿੰਦੇ ਹਨ। ਮੈਂ ਥੋੜੀ ਜਿਹੀ ਐਗਜ਼ਾਮਪਲ ਦੇ ਨਾਲ ਤੁਹਾਨੂੰ ਸਮਝਾ ਦਿੰਦਾ ਜੀ। ਜਿਵੇਂ ਪੰਜਾਬ ਦੇ ਵਿੱਚ ਆਪਣਾ ਕੋਈ ਵੀ ਜ਼ਿਲ੍ਹਾ ਹੈ ਜੀ, ਉਸ ਤੋਂ ਇੱਕ MP ਜਾਂ MLA ਚੁਣਿਆ ਜਾਂਦਾ ਜੀ। ਉਹ ਕੀ ਕਰਦਾ ਹੈ, ਉਹ ਅੱਗੇ ਉਹਨਾਂ ਨੂੰ ਭੇਜ ਦਿੱਤਾ ਜਾਂਦਾ, ਸਦਨ ਦੇ ਵਿੱਚ ਜਾਂਦੇ ਹਨ ਤਾਂ ਉਹਨਾਂ ਨੂੰ ਤੁਸੀਂ ਅਪ੍ਰਤੱਖ ਰੂਪ ਦੇ ਵਿੱਚ ਚੁਣ ਕੇ ਭੇਜ ਦਿਓ ਜੀ। ਤਾਂ ਇਸ ਤਰੀਕੇ ਦੇ ਨਾਲ ਪ੍ਰਤੱਖ ਤੇ ਅਪ੍ਰਤੱਖ ਲੋਕਤੰਤਰ 2 ਪ੍ਰਕਾਰ ਨੇ। ਕੁਝ ਇੱਕ ਵਿਸ਼ੇਸ਼ਤਾਵਾਂ ਪੜ੍ਹੀਆਂ। ਇਸ ਤੋਂ ਇਲਾਵਾ ਇਹ ਜਿਹੜਾ ਇਸਦਾ ਫਸਟ ਪਾਰਟ ਹੈ ਜੀ, ਉਹਦਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤਾ ਹੋਇਆ। ਉਹਦੇ ਵਿੱਚ ਆਪਾਂ ਅਰਥ ਲੋਕਤੰਤਰ ਦੀ ਸ਼ੁਰੂਆਤ ਕਿਵੇਂ ਹੋਈ, ਸਭ ਤੋਂ ਵੱਡਾ ਦੇਸ਼ ਕਿਹੜਾ ਹੈ ਜੀ, ਤੇ ਭਾਰਤ ਨੂੰ ਕਿਸ ਤਰੀਕੇ ਦਾ ਲੋਕਤੰਤਰ ਅਪਣਾਇਆ ਹੋਇਆ, ਇਸ ਤਰੀਕੇ ਦੀਆਂ ਸਾਰੀ ਗੱਲਾਂ ਆਪਾਂ ਪਾਰਟ ਫਸਟ ਦੇ ਵਿੱਚ ਕੀਤੇ ਹੋਏ, ਜਿਹਦਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤਾ ਹੋਇਆ। ਤੁਸੀਂ ਉਸ ਵੀਡੀਓ ਨੂੰ ਜ਼ਰੂਰ ਵੇਖੋ ਜੀ। ਥੈਂਕ ਯੂ ਵੈਰੀ ਮੱਚ। ਜੇਕਰ ਤੁਸੀਂ ਹਾਲੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲਿਓ। ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਲਿਓ ਤਾਂ ਜੋ ਤੁਹਾਨੂੰ ਹੋਰ ਨੋਟੀਫਿਕੇਸ਼ਨ ਮਿਲਦੀਆਂ ਰਹਿਣ। ਥੈਂਕ ਯੂ ਵੈਰੀ ਮੱਚ। ਧੰਨਵਾਦ। ਜੈ ਹਿੰਦ।